ਗੁਰੂ ਸਵਾਰੇ ਸਤਸੰਗੀ ਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਦੇ ਤਹਿਤ ਅਸੀਂ ਸੁਖਮਣੀ ਸਾਹਿਬ ਜੀ ਦੀ ਵਿਚਾਰ ਕਰ ਰਹੇ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦੇ ਅਨੁਸਾਰ ਸੁੱਖ ਕੀ ਹੈ। ਪੰਜਮ ਪਾਤਸ਼ਾਹ ਜੀ ਦੀ ਬੇਸ਼ੱਕ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ, ਔਰ ਸੋਚ ਗੁਰੂ ਨਾਨਕ ਦੀ ਕੰਮ ਕਰ ਰਹੀ ਹੈ। ਔਰ ਅੱਜ ਅਸੀਂ ਤੀਸਰੇ ਸ਼ਲੋਕ ਦੇ ਚੌਥੇ ਪਦੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਵਿੱਚ ਸਤਿਗੁਰੂ ਜੀ ਨੇ ਵੇਖੋ ਕੇਂਦਰੀ ਭਾਵ ਹੈ ਕਿ ਮਨ ਟਿਕਿਆ ਰਹਿਣਾ ਚਾਹੀਦਾ ਹੈ। ਐਸੀ ਗੁਰੂ ਦੇ ਗਿਆਨ ਨੂੰ ਸਮਝਣਾ, ਐਸੀ ਸਾਡੇ ਅੰਦਰ ਭਾਵਨਾ ਬਣਨੀ ਚਾਹੀਦੀ ਕਿ ਮਨ ਦੋ ਚਿੰਤਾ ਹੋਣਾ ਚਾਹੀਦਾ, ਦੋ ਭਾਵ ਵਿੱਚ ਨਹੀਂ ਫਸਣਾ ਚਾਹੀਦਾ। ਮਨ ਦੋ ਭਾਵ ਵਿੱਚ ਫਸੇਗਾ ਤਾਂ ਹੀ ਮਨ ਦੇ ਅੰਦਰ ਟਿਕਾ ਨਹੀਂ ਆਏਗਾ, ਔਰ ਮਨ ਨੂੰ ਟਿਕਾਉਣਾ ਹੈ ਔਰ ਉਹ ਗੁਰੂ ਦਾ ਗਿਆਨ ਹੈ ਤੇ ਪਰਮਾਤਮਾ ਦੀ ਸਮਝ ਹੈ। ਸੋ ਸਤਿਗੁਰੂ ਜੀ ਵੇਖੋ ਸਾਨੂੰ ਕਹਿੰਦੇ ਨੇ ਕਿ ਤੂੰ ਸਿਮਰਤੀਆਂ ਸ਼ਾਸਤਰ, ਇਹ ਉਸ ਵੇਲੇ ਦੀ ਗੱਲ ਹੈ। ਮੈਂ ਕਈ ਵਾਰੀ ਆਪ ਜੀ ਨਾਲ ਇਸ ਚੀਜ਼ ਦੀ ਵਿਚਾਰ ਕਰ ਚੁੱਕਾ ਕਿ ਪੜ੍ਹਨ ਦੇ ਨਾਲ ਹੀ ਮਨ ਨਹੀਂ ਟਿਕਣਾ। ਮਨ ਟਿਕਣਾ ਹੈ ਕਿ ਗੁਰਬਾਣੀ ਨੂੰ ਖੁਦ ਪੜ੍ਹਿਆ ਜਾਵੇ, ਜੇ ਪੜ੍ਹ ਨਹੀਂ ਸਕਦੇ ਸੁਣਿਆ ਜਾਵੇ, ਸੁਣ ਕੇ ਉਸ ਨੂੰ ਸਮਝੀਏ, ਉਹਦੇ ਵਿੱਚੋਂ ਕਿਹੜਾ ਗਿਆਨ ਮਿਲਿਆ ਹੈ, ਕਿਵੇਂ ਜੀਵਨ ਜਿਉਣ ਦਾ ਸਾਨੂੰ ਢੰਗ ਦੱਸਿਆ ਹੈ, ਉਸ ਜੀਵਨ ਨੂੰ ਜਿਉਣਾ ਸ਼ੁਰੂ ਕਰ ਦਈਏ, ਮਨ ਆਟੋਮੈਟਿਕਲੀ ਟਿਕ ਜਾਵੇਗਾ। ਹੁਣ ਚੌਥੇ ਵੇਖੋ ਪਦੇ ਵਿੱਚ ਅੱਜ ਸਤਿਗੁਰੂ ਜੀ ਕਹਿੰਦੇ ਨੇ ਕਿ ਗੱਲ ਪਰਮਾਤਮਾ ਦੇ ਸਿਧਾਂਤ ਦੀ ਹੋ ਰਹੀ ਹੈ, ਔਰ ਪਰਮਾਤਮਾ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਪਿਆਰ ਵਾਲਿਓ ਅਸੀਂ, ਕਿ ਪਰਮਾਤਮਾ ਦਾ ਨਿਯਮ ਕੀ ਹੈ। ਸੋ ਅੱਜ ਸਤਿਗੁਰੂ ਜੀ ਕਹਿੰਦੇ ਬਹੁਤ ਸਿਆਣਪ ਚਮਕਾਪੋ ਵਿਆਪੈ, ਅਨਿਕ ਯਤਨ ਕਰ ਤ੍ਰਿਸ਼ਨ ਨਾ ਤਰਾਪੈ। ਬੜੇ ਯਤਨ ਕਰ ਰਿਹਾ, ਬਹੁਤ ਸਿਆਣਪ, ਬੜੀਆਂ ਸਿਆਣਪਾਂ ਵਰਤ ਰਿਹਾ ਆਪਣੇ ਚਿੱਤਰਾਂ ਦੇ ਨਾਲ। ਜਮ ਕਾ ਭੋ ਵਿਆਪੈ, ਤੇ ਕਿਉਂ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਜਮਾਂ ਤੋਂ ਡਰ ਰਿਹਾ ਹੈ ਕਿ ਹਾਏ ਮੇਰਾ ਉਹ ਕਾਰਜ ਨਾ ਵਿਗੜ ਜਾਵੇ। ਵੇਖੋ ਇਹ ਜਮਾਂ ਦੇ ਵਸ ਹੋ ਕੇ ਕੀਤੇ ਗਏ ਕਾਰਜ ਨੇ, ਔਰ ਇਹ ਧਰਮੀ ਕਰਮਾਂ ਦੀ ਗੱਲ ਹੋ ਰਹੀ, ਜਿਹੜੇ ਅਸੀਂ ਧਰਮ ਦੇ ਨਾਂ 'ਤੇ ਕੰਮ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜਮਾਂ ਦਾ ਜੇ ਤੇਰੇ ਅੰਦਰ ਭਉ ਹੈ, ਜਮਾਂ ਦਾ ਵਸ ਹੋ ਕੇ ਇਨਸਾਨ ਕੰਮ ਕਰ ਰਿਹਾ ਹੈ, ਫਿਰ ਅਨੇਕ ਯਤਨ ਕਰ ਲੈ, ਅਨੇਕ ਤਰੀਕੇ ਕਰ ਲੈ, ਅਨੇਕਾਂ ਤਰ੍ਹਾਂ ਦੀਆਂ ਵਿਧੀਆਂ ਕਰ ਲੈ। ਤ੍ਰਿਸ਼ਨਾਵਾਂ ਦੀ ਅੱਗ ਤੇਰੇ ਅੰਦਰੋਂ ਖਤਮ ਨਹੀਂ ਹੋ ਸਕਦੀ। ਤ੍ਰਿਸ਼ਨਾ ਹੀ ਅੰਦਰ ਵੱਜੀ ਰਹੇਗੀ, ਹਾਏ ਮੇਰਾ ਉਹ ਕਾਰਜ ਹੋ ਜਾਵੇ, ਅਬ ਮੇਰਾ ਕੰਮ ਨਾ ਹੋਇਆ ਤੇ ਮੇਰਾ ਕੀ ਬਣੇਗਾ, ਉਹ ਹੋ ਗਿਆ ਤੇ ਕੀ ਬਣੇਗਾ। ਵੇਖੋ ਅੱਜ ਇਨਸਾਨ ਨੂੰ ਇਹ ਵੀ ਚਿੰਤਾ ਹੈ ਕਿ ਕੰਮ ਨਾ ਹੋਇਆ, ਤੇ ਫਿਰ ਇਹ ਵੀ ਚਿੰਤਾ ਨਾਲ ਹੈ ਕਿ ਜੇ ਮੈਂ ਅਰਦਾਸ ਕਰ ਰਿਹਾ ਮੇਰਾ ਕੰਮ ਹੋ ਗਿਆ ਤੇ ਫਿਰ ਕੀ ਹੋਏਗਾ। ਵੇਖੋ ਦੋਵੇਂ ਪਾਸੇ ਤ੍ਰਿਸ਼ਨਾਵਾਂ ਦੀ ਅੱਗ ਲੱਗੀ ਹੋਈ ਹੈ। ਤ੍ਰਿਸ਼ਨਾਵਾਂ ਦਾ ਬੱਝਾ ਹੋਇਆ ਇਨਸਾਨ ਪਰਮਾਤਮਾ ਨੂੰ ਭੁੱਲ ਚੁੱਕਾ ਹੈ, ਪਰਮਾਤਮਾ ਦੇ ਸਿਧਾਂਤ ਤੋਂ ਟੁੱਟ ਚੁੱਕਾ ਹੈ। ਵੇਖ ਅਨੇਕ ਅਗਨ ਨਹੀਂ ਬੂਝੈ, ਕੋਟ ਪਾਵ ਦਰਗਹਿ ਨਹੀਂ ਸੀਜੈ। ਭੇਖ ਹੀ ਧਰਦੇ ਪਏ ਹਨ ਅਸੀਂ, ਭੇਖੀਆਂ ਦੇ ਜਾਂ ਭੇਖ ਧਰ ਰਹੇ ਹਾਂ ਜਾਂ ਭੇਖੀਆਂ ਦੇ ਮਗਰ ਘੁੰਮ ਰਹੇ ਹਾਂ। ਅਨੇਕ ਤਰ੍ਹਾਂ ਦੇ, ਕੋਈ ਕਿੱਧਰ ਭੱਜਾ ਫਿਰਦਾ, ਕੋਈ ਕਿੱਧਰ ਭੱਜਾ ਫਿਰਦਾ ਵੀ ਉੱਥੇ ਉਹ ਮੈਨੂੰ ਮਿਲ ਜਾਏਗਾ, ਉੱਥੇ ਮੈਨੂੰ ਉਹ ਮਿਲ ਜਾਏਗਾ। ਵੇਖੋ ਅੱਜ ਗੁਰੂ ਨਾਨਕ ਸਾਹਿਬ ਦੀ ਸੋਚ ਸਿੱਖ ਨੂੰ ਕਿਤਨਾ ਉੱਚ ਕੋਟੀ ਦਾ ਗਿਆਨ ਬਖਸ਼ੀ। ਚੌਥੇ ਪਦੇ ਵਿੱਚ ਅਗਨ ਨਹੀਂ ਬੁਝਾ ਕਿ ਪਹਿਲਾਂ ਤੂੰ ਇਹ ਝਾਤੀ ਮਾਰ ਕਿ ਮੈਂ ਜਿੱਥੇ ਜਾ ਰਿਹਾ ਮੇਰੇ ਅੰਦਰ ਤ੍ਰਿਸ਼ਨਾਵਾਂ ਦੀ ਅੱਗ ਖਤਮ ਹੋ ਗਈ, ਮੇਰੇ ਅੰਦਰ ਗੁਰੂ ਦਾ ਗਿਆਨ ਪਨਪਿਆ, ਗੁਰੂ ਦਾ ਗਿਆਨ ਉਜਾਗਰ ਹੋਇਆ। ਕੋਟ ਭਾਵ ਅਨੇਕ ਤਰੀਕੇ, ਕੋਈ ਗਿਣਤੀ ਨਹੀਂ, ਦਰਗਹਿ ਨਹੀਂ ਸੀਜੈ। ਸੰਸਾਰ ਵਿੱਚ ਜਿਉਣ ਦਾ ਢੰਗ ਨਹੀਂ ਮਿਲਿਆ, ਸੰਸਾਰ ਵਿੱਚ ਜੀਵਨ ਜਿਉਣ ਦਾ ਢੰਗ ਪ੍ਰਾਪਤ ਨਹੀਂ ਹੋਇਆ। ਛੂਟਸ ਨਾਹੀ ਊਬ ਪਿਆਲ, ਮੋਹਿ ਵਿਆਪੈ ਮਾਇਆ ਜਾਲ।
माया जाल, अज्ञानता के जाल में अज आदमी ऐसा बजया होया कि कितने भी तरीके कर रहा पर छुटकारा नहीं मिल रहा, मन नहीं टिक रहा, मन भटकता पाया। कदी किसी नूं जाके मत्थे टेक रहा, कदी किते जाके मत्थे टेक रहा, कदी किसी नूं चोले वाले नूं मत्थे टेक रहे। तो सतगुरु जी कहते हैं जेड़ा भी इंसान, गुरबाणी ने एक फैसला कर दिता है, अटल फैसला, कि हर इंसान के आपो अपने कर्म ने, उसकी सिक्ख्या लैनी है। तो गुरु नानक साहब जी के जीवन तो झाती मार के वेखीए कि गुरु नानक साहब जी का जीवन कितना उच्च कोटि का है, पर उन्होंने ही सपुत्र ने बाबा श्री चंद ते लखमी दास कहना नहीं मन्निया, तो गुरु नानक साहब की सोच दे विच नहीं शामिल हो सके। और ना ही वेखो किते उन्हों का ना ही आता गुरु ग्रंथ साहब जी के विच। तो इस तो भाव ये हो गया कि हर इंसान नूं अपने लिए खुद कर्म करना पवेगा। मैं अपने बच्चे के भले लिए मैं नहीं कुछ कर सकता, मेरा बच्चा मेरे भले लिए कुछ नहीं कर सकता। जे कोई कर सकता है तो एको ही है कि मैं अपने बच्चे नूं गुरमत का ज्ञान दे दियां ते खुद भी गुरमत के ज्ञान अनुसार जीवन नूं जिउण लग पवां। दोवां नूं समझ मिल जाएगी, दोवां नूं जीवन का तरीका मिल जाएगा। अवर करतूत सगली जम डानै, गोविंद भजन बिल तिल नहीं मान। और करतूत, अवर करतूत और कर्म कीते हुए काम सगली जम डानै। हुण काम क्रोध लोभ मोह वस दे हंकार हो के जे कोई कर्म माड़ा कर रहे हैं तो उसकी सज़ा भी मिल रही। आ हो गया डन लगना, सज़ा मिलनी। डाना का मतलब है सज़ा मिलनी, तो जमा की सज़ा किहड़ी? माड़ा कर्म कर रहे हैं, माड़ा फल मिल रहा है, पर फिर भी अज गुरु का सिख हो के सीधे रस्ते ते चलण नूं तैयार नहीं, उन्हां जमा की मार दे विच ग्रस्त होया है। सो सतगुरु जी कहते हैं गोविंद भजन बिन। गोविंद का भजन की है? परमात्मा की समझ, परमात्मा के ज्ञान नूं समझना। और वो मिलेगा सिर्फ गुरु के ज्ञान विचों, परमात्मा की समझ नूं मिल के। तिल नहीं माना, एक तिल मात्र भी तेरा मन नहीं मान सकता कभी। तेरा मन कभी नहीं टिक सकता जिन्ना चिर परमात्मा की समझ नहीं तेनों मिलती। क्योंकि तू भजन नूं ही बंदगी बना लिया, माला पढ़ के शुरू कर देती है, मन फिर अंदर भजा करता है। माला फेरी जाने, कोई 101, कोई 100 किन्ने, कोई 1001 कर रहा है, पर मन बाद विच वेखो मन भटकदा पिया, मन टिके है। तो फिर आपे ही झाती मारीए कि मैं किहड़ा भजन किया है। तो सतगुरु जी ने लास्ट पंक्तियां विच वेखो बिल्कुल क्लीयर करते हैं। सतगुरु जी कहते हर का नाम जपत दुख जाए। परमात्मा का सिद्धांत, परमात्मा के गुणां की समझ मिल जाए, परमात्मा की समझ मिल जाए तो तेरे सारे दुख खत्म हो सकते हैं। दुख जाए, सारे दुख खत्म हो सकते हैं। तो नानक साहब जी की सोच वेखो कि कहते नानक बोले सहज सुपाए। तेरे अंदर अडोलता की अवस्था आ जाएगी, मन अडोल हो जाएगा। हुण मन भटकेगा नहीं। मन कितना चिर भटक रहा है? जिन्ना चिर मन नूं गुरु के ज्ञान की समझ नहीं आई। क्योंकि अवर करतूत होर कि बथेरे कर्म करी जाने असीं धर्म के नाम से, पर मन नहीं टिक रहा। मन तो भजा फिरदा। बाबा कहता तुसीं फिक्र ही ना करो जी, मैं तुहाडी अरदास करती, मैं तुहाडे लई 5 अखंड पाठ साहिब करने ने ते तुहाडा कारज हो जाना। तो इंसान पैसे दे के घर आ जाता है, पर माफ़ करना अपने अंदर झाती मार के वेखो कि मैनू उस 5 अखंड पाठ साहिब जिहड़े कीते ने की फायदा होया? कि मेरा मन टिकिया? मैनू गुरु का ज्ञान मिलिया? मैनू पता लगा कि गुरु ने मैनू किहड़ा रस्ता दस्या, मैं किस रस्ते ते चल के इस जीवन नूं संवारना सी। सो सतगुरु जी कहते तेरे अंदर अडोलता की अवस्था एको ही तरीके नाल आ सकती है, हर का नाम जपत। जे परमात्मा के गुणां की समझ मिल जाए तो परमात्मा के गुण सिर्फ गुरु के ज्ञान विचों प्राप्त हो सकते हैं। सो प्यार वाले गुरु के ज्ञान नूं समझ के, गुरु के दसे हुए रस्ते ते चल के ही इस मन में टिका पैदा हो सकता है। मन आराम की अवस्था में, अडोलता की अवस्था में आ सकता है।
सो आओ सारे उस अडोलता ਨੂੰ ਪ੍ਰਾਪਤ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ